ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਦੇ ਹਾਂ ਜੀ ਬੁੱਕ ਜਿਹਦਾ ਨਾਮ ਆ ਜੀ ਰਿਚ ਡੈਡ ਪੂਅਰ ਡੈਡ। ਤੇ ਬਹੁਤ ਹੀ ਫੇਮਸ ਬੁੱਕ ਆ। ਸੋ ਕਾਫੀ ਚੀਜ਼ਾਂ ਇਹਦੇ ਵਿੱਚ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਆ ਕਿ ਆਪਾਂ ਜਿਹੜਾ ਪੈਸਿਆਂ ਦੀ ਜਿਹੜੀ ਮੈਨੇਜਮੈਂਟ ਆ ਉਹ ਕਿੱਦਾਂ ਕਰਨੀ ਆ। ਜਾਂ ਫਿਰ ਇਹਦੇ ਬੁੱਕ ਦੇ ਉੱਪਰ ਵੀ ਟਾਈਟਲ ਲਿਖਿਆ ਕਿ ਪੈਸਿਆਂ ਬਾਰੇ ਅਮੀਰ ਲੋਕ ਆਪਣੇ ਬੱਚਿਆਂ ਨੂੰ ਕੀ ਸਿਖਾਉਂਦੇ ਆ ਜੋ ਕਿ ਮਿਡਲ ਕਲਾਸ ਦੇ ਜਿਹੜੇ ਮਾਂ ਪਿਓ ਹੁੰਦੇ ਉਹ ਨਹੀਂ ਸਿਖਾ ਪਾਉਂਦੇ। ਅਤੇ ਕਾफ़ੀ ਚੀਜ਼ਾਂ ਜਿਹੜੀਆਂ ਪੈਸੇ ਨੂੰ ਲੈ ਕੇ ਜਾਂ ਮਿਡਲ ਕਲਾਸ ਇੱਕ ਬੰਦਾ ਜਾਂ ਤੁਸੀਂ ਜੇ ਕੋਈ ਜੋਬ ਕਰਦਾ ਆ ਅਤੇ ਉਹ ਜੋਬ ਹੀ ਕਰਦਾ ਰਹਿੰਦਾ ਹੈ ਅਤੇ ਉਹਦੇ ਨਾਲ ਇੱਦਾਂ ਕਿਉਂ ਹੁੰਦਾ ਉਹਨੂੰ ਸਮਝ ਹੀ ਨਹੀਂ ਆਉਂਦੀ ਸਾਰੀ ਲਾਈਫ। ਅਤੇ ਉਹ ਇੱਕ ਟਰੈਪ ਵਿੱਚ ਇੱਦਾਂ ਦੇ 'ਚ ਫਸ ਜਾਂਦਾ ਜਿਹਦੇ ਵਿੱਚ ਉਹਨੂੰ ਜੋਬ ਕਰਨੀ ਹੀ ਪੈਂਦੀ ਆ। ਸੋ ਇਹ ਬੁੱਕ ਰੀਡ ਕਰਨ ਤੋਂ ਬਾਅਦ ਜੋ ਚੀਜ਼ਾਂ ਜਿੰਨੀਆਂ ਕਿ ਮੈਨੂੰ ਸਮਝ ਆਈਆਂ ਅਤੇ ਜੋ ਲੈਸਨਸ ਹੈਗੇ ਆ ਅਤੇ ਉਹ ਕੁਛ ਕੁ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰਨ ਲੱਗਾ। ਅਤੇ ਉਹਦੇ 'ਚ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਇਹਦੇ ਵਿੱਚੋਂ ਪੜ੍ਹਨ ਤੋਂ ਬਾਅਦ ਇਹ ਪਤਾ ਲੱਗੀ ਆ ਕਿ ਆਪਾਂ ਕਦੇ ਵੀ ਇਕੱਲੀ ਜੋਬ ਕਰਕੇ ਅਮੀਰ ਨਹੀਂ ਬਣ ਸਕਦੇ। ਆਪਾਂ ਨੂੰ ਜਿਹੜਾ ਸਕੂਲ ਵਿੱਚ ਜਦੋਂ ਆਪਾਂ ਸਟੱਡੀ ਕਰਦੇ ਹਾਂ ਅਤੇ ਉਦੋਂ ਆਪਾਂ ਨੂੰ ਇਹ ਚੀਜ਼ ਕੋਈ ਸਿਖਾਈ ਨਹੀਂ ਜਾਂਦੀ ਪੈਸਿਆਂ ਬਾਰੇ ਕਿ ਪੈਸੇ ਨੂੰ ਆਪਾਂ ਕਿੱਦਾਂ ਮੈਨੇਜ ਕਰਨਾ ਅਤੇ ਪੈਸਿਆਂ ਤੋਂ ਪੈਸਾ ਆਪਾਂ ਕਿੱਦਾਂ ਬਣਾਉਣਾ। ਸੋ ਇਹ ਚੀਜ਼ਾਂ ਨੋਰਮਲ ਜਿਹੜੀਆਂ ਆਪਾਂ ਨੂੰ ਐਕੈਡੈਮਿਕ ਜਿਹੜੀ ਸਟੱਡੀ ਉਹਦੇ ਵਿੱਚ ਨਹੀਂ ਸਿਖਾਈਆਂ ਜਾਂਦੀਆਂ। ਸੋ ਇਸ ਕਰਕੇ ਇਹ ਬੁੱਕ ਬਹੁਤ ਜ਼ਿਆਦਾ ਮੈਂ ਰੈਕਮੈਂਡ ਕਰਦਾ ਸਾਰਿਆਂ ਨੂੰ ਕਿ ਪੜ੍ਹਨੀ ਚਾਹੀਦੀ ਆ। ਹੁਣ ਨੋਰਮਲੀ ਉਹਦੀ ਐਗਜ਼ਾਮਪਲ ਕੀ ਆ, ਜਿੱਦਾਂ ਆਪਣੇ ਨੋਰਮਲ ਘਰਾਂ 'ਚ ਹੁੰਦਾ ਕਿ ਸਾਰਿਆਂ ਦੇ ਜਿੱਦਾਂ ਪੇਰੈਂਟਸ ਕਹਿੰਦੇ ਆ ਕਿ ਤੁਸੀਂ ਸਕੂਲ ਜਾਓ, ਵਧੀਆ ਪੜ੍ਹੋ, ਵਧੀਆ ਨੰਬਰ ਲੈ ਕੇ ਆਓ ਅਤੇ ਬਾਅਦ ਵਿੱਚ ਜੋਬ ਕਰ ਲਓ। ਸ਼ੁਰੂ ਵਿੱਚ ਹੀ ਆਪਣਾ ਸਾਰਿਆਂ ਦਾ ਇਹੀ ਫੋਕਸ ਹੁੰਦਾ ਕਿ ਨਹੀਂ ਵਧੀਆ ਪੜ੍ਹਨਾ, ਵਧੀਆ ਨੰਬਰ ਲੈ ਕੇ ਆਉਣੇ ਆ ਅਤੇ ਬਾਅਦ ਵਿੱਚ ਪੜ੍ਹ ਲਿਖ ਕੇ ਅਤੇ ਆਪਾਂ ਜੋਬ ਕਰਨੀ ਆ। ਸੋ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਆਪਾਂ ਜੋਬ ਕਰਕੇ ਕਦੇ ਵੀ ਆਪਾਂ ਅਮੀਰ ਜਿਹੜਾ ਉਹ ਨਹੀਂ ਬਣ ਸਕਦੇ। ਸੋ ਆਪਾਂ ਨੂੰ ਦੇਖਣਾ ਪੈਣਾ ਕਿ ਜਿਹੜਾ ਪੈਸਾ ਉਹ ਪੈਸਾ ਕੰਮ ਕਿੱਦਾਂ ਕਰਦਾ, ਪੈਸੇ ਤੋਂ ਪੈਸਾ ਕਿੱਦਾਂ ਬਣਾਉਂਦੇ ਆ ਅਤੇ ਬਿਜ਼ਨਸ ਕਰਕੇ ਜਾਂ ਕੋਈ ਇਨਵੈਸਟਮੈਂਟ ਕਰਕੇ। ਸੋ ਕਾਫੀ ਚੀਜ਼ਾਂ ਇਹਦੇ ਵਿੱਚ ਆ ਜਿਹੜੀਆਂ ਕਿ ਬੁੱਕ ਨੂੰ ਰੀਡ ਕਰਕੇ ਪਤਾ ਲੱਗਦੀਆਂ। ਬਟ ਸ਼ੋਰਟ ਦੇ ਵਿੱਚ ਜੋ ਸਮਝ ਆਇਆ ਇਹਦੇ ਵਿੱਚ ਔਥਰ ਨੇ ਉਹਨਾਂ ਨੇ 4 ਜਿਹੜੇ ਕੁਆਡਰੈਂਟ ਦੱਸੇ ਹੋਏ ਆ ਕਿ 4 ਕੁਆਡਰੈਂਟ ਹੁੰਦੇ ਜਦੋਂ ਆਪਾਂ ਕੋਈ ਵੀ ਪੈਸਾ ਕਮਾਉਂਦੇ ਆ। ਸੋ ਉਹਦੇ 'ਚ ਕੀ ਆ, ਇੱਕ ਜੋਬ ਹੁੰਦੀ ਆ ਜਦੋਂ ਆਪਾਂ ਨੋਰਮਲ ਜੋਬ ਕਰਦੇ ਹਾਂ ਅਤੇ ਜੋਬ ਤੋਂ ਆਪਾਂ ਨੂੰ ਪੈਸੇ ਆਉਂਦੇ ਆ, ਠੀਕ ਹੈ ਜੀ। ਸੈਕਿੰਡ ਥਿੰਗ ਜਿਹੜੀ ਆ ਉਹ ਹੈਗਾ ਜੀ ਸੈਲਫ ਇੰਪਲੋਇਡ। ਜਦੋਂ ਕੋਈ ਇੱਕ ਡਾਕਟਰ ਆ ਜਾਂ ਈਵਨ ਇੱਕ ਪਾਇਲਟ ਆ ਅਤੇ ਜਾਂ ਕੋਈ ਵਕੀਲ ਆ ਜਾਂ ਕੋਈ ਇੱਦਾਂ ਦਾ ਕੋਈ ਮਕੈਨਿਕ ਆ ਜਿਹੜਾ ਜਦੋਂ ਕੰਮ ਕਰਦਾ ਉਹਨੂੰ ਉਦੋਂ ਹੀ ਪੈਸੇ ਆਉਂਦੇ ਆ, ਜਿੰਨਾ ਟਾਈਮ ਉਹ ਕੰਮ ਕਰੂਗਾ ਉਦੋਂ ਪੈਸੇ ਆਉਣੇ ਆ। ਅਤੇ ਜੋਬ ਵਿੱਚ ਵੀ ਸੇਮ ਚੀਜ਼ ਆ, ਜਦੋਂ ਆਪਾਂ ਜੋਬ ਕਰਦੇ ਹਾਂ ਆਪਾਂ ਨੂੰ ਪੈਸੇ ਆਉਂਦੇ ਆ, ਜਦੋਂ ਆਪਾਂ ਜੋਬ ਕਰਨੀ ਬੰਦ ਕਰ ਦਿੰਦੇ ਹਾਂ ਆਪਾਂ ਨੂੰ ਪੈਸੇ ਨਹੀਂ ਆਉਂਦੇ। ਬਟ ਜਿਹੜੇ 2 ਕੁਆਡਰੈਂਟ ਹੋਰ ਆ ਇਹਨਾਂ ਦੇ ਉਹ ਹੈਗੇ ਆ ਜੀ ਬਿਜ਼ਨਸ ਐਂਡ ਇਨਵੈਸਟਰ। ਸੋ ਜਿਹੜਾ ਬਿਜ਼ਨਸ ਹੁੰਦਾ ਉਹਦੇ ਵਿੱਚ ਕੀ ਆ ਕਿ ਆਪਾਂ ਜਿਹੜੇ ਦੂਜੇ ਲੋਕ ਆ ਉਹਨਾਂ ਦੀ ਆਪਾਂ ਲੈਵਰੇਜ ਯੂਜ਼ ਕਰ ਸਕਦੇ ਹਾਂ। ਆਪਾਂ ਦੂਜੇ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਦਾ ਜਿਹੜਾ ਟਾਈਮ ਆ ਉਹ ਬਾਏ ਕਰ ਸਕਦੇ ਹਾਂ, ਕਿਉਂਕਿ ਜਿਹੜਾ ਟਾਈਮ ਆ ਅਤੇ ਐਨਰਜੀ ਆ ਉਹ ਜਿਹੜੀ ਆ ਉਹ ਲਿਮਟਡ ਆ। ਸੋ ਇਸ ਕਰਕੇ ਆਪਾਂ ਦੂਜੇ ਬੰਦਿਆਂ ਨੂੰ ਆਪਾਂ ਕੰਮ 'ਤੇ ਲਾ ਸਕਦੇ ਹਾਂ। ਸੋ ਜਿੰਨੇ ਬੰਦੇ ਆਪਣੇ ਅੰਡਰ ਕੰਮ ਕਰਨਗੇ ਆਪਾਂ ਉਨੇ ਹੀ ਜਲਦੀ ਅਤੇ ਉਨਾ ਹੀ ਜ਼ਿਆਦਾ ਆਪਾਂ ਜਿਹੜਾ ਅਮੀਰ ਅਤੇ ਆਪਾਂ ਗਰੋ ਕਰ ਸਕਦੇ ਹਾਂ। ਸੋ ਬਿਜ਼ਨਸ ਦੱਸਿਆ ਐਂਡ 4th ਦੱਸਿਆ ਇਹਨਾਂ ਨੇ ਜਿਹੜਾ ਕੁਆਡਰੈਂਟ ਵਿੱਚ ਉਹ ਹੈਗਾ ਜੀ ਇਨਵੈਸਟਮੈਂਟ। ਸੋ ਜਿਹੜੇ ਇਨਵੈਸਟਰ ਹੁੰਦੇ ਆ ਉਹ ਕੀ ਕਰਦੇ ਆ, ਕਿਉਂਕਿ ਇੱਕ ਨੋਰਮਲ ਜਿਹੜੀ ਚੀਜ਼ ਆਪਾਂ ਨੂੰ ਨਹੀਂ ਸਮਝ ਲੱਗਦੀ ਆਮ ਲੋਕਾਂ ਨੂੰ, ਆਪਾਂ ਨੂੰ ਲੱਗਦਾ ਕਿ ਕੋਈ ਚੀਜ਼ ਆਪਾਂ ਸੈੱਲ ਕਰਕੇ ਆਪਾਂ ਪ੍ਰੋਫਿਟ ਕਮਾਉਂਦੇ ਆ। ਪਰ ਜਿਹੜੇ ਇਨਵੈਸਟਰ ਹੁੰਦੇ ਆ ਉਹ ਕਹਿੰਦੇ ਜੀ ਆਪਾਂ ਨੂੰ ਜਿਹੜਾ ਪ੍ਰੋਫਿਟ ਹੁੰਦਾ ਉਹ ਖਰੀਦਣ ਦੇ ਵਿੱਚ ਪ੍ਰੋਫਿਟ ਜ਼ਿਆਦਾ ਹੈ, ਇੰਨਾ ਕਿ ਆਪਾਂ ਨੂੰ ਸੈੱਲ ਕਰਨ ਦੇ ਵਿੱਚ। ਸੋ ਖਰੀਦਣ ਦਾ ਮੀਨਿੰਗ ਕੀ ਆ ਕਿ ਉਹ ਜਿਹੜੇ ਐਸੈਟਸ ਆ ਉਹਨਾਂ ਨੂੰ ਬਾਏ ਕਰਦੇ ਆ। ਸੋ ਐਸੈਟਸ ਦਾ ਮੀਨ ਕੀ ਆ, ਜਿਹੜੇ ਐਸੈਟ ਹੁੰਦੇ ਆ, ਐਸੈਟ ਦਾ ਮੀਨਿੰਗ ਜੇ ਪੰਜਾਬੀ 'ਚ ਦੇਖਿਆ ਜਾਵੇ ਤਾਂ ਜਿਹੜੇ ਕੋਈ ਵੀ ਇੱਦਾਂ ਦੀ ਚੀਜ਼ ਜਿਹੜਾ ਪੈਸਾ ਲੈ ਕੇ ਆਉਂਦੀ ਆ ਤੁਹਾਡੇ ਜੇਬ 'ਚ ਆਣ ਕੇ ਪੈਸਾ ਪਾਉਂਦੀ ਆ ਉਹਨੂੰ ਕਹਿੰਦੇ ਆ ਐਸਿਡ। ਜਿੱਦਾਂ ਕਿ ਤੁਹਾਡੇ ਕੋਲ ਕੋਈ ਬਿਜ਼ਨਸ ਆ, ਤੁਹਾਡੇ ਕੋਲ ਕੋਈ ਸ਼ੌਪ ਆ, ਠੀਕ ਆ, ਉਹਨੂੰ ਆਪਾਂ ਰੈਂਟ 'ਤੇ ਦਿੱਤਾ, ਉੱਥੋਂ ਤੁਹਾਨੂੰ ਪੈਸੇ ਆ ਰਹੇ ਆ। ਉਹ ਚੀਜ਼ ਹੈ ਕੀ ਆ, ਜਿਹੜੇ ਐਸਿਡ ਹੁੰਦੇ ਆ ਕਿ ਉਹ ਆਪਣੇ ਆਪ ਇੱਕ ਇੱਦਾਂ ਦਾ ਜਿਹੜੇ ਬਿਜ਼ਨਸਮੈਨ ਹੁੰਦੇ ਆ ਜਾਂ ਇਨਵੈਸਟਰ ਹੁੰਦੇ ਆ ਉਹ ਇੱਕ ਇੱਦਾਂ ਦਾ ਸਿਸਟਮ ਤਿਆਰ ਕਰਦੇ ਆ ਕਿ ਜਿਨ੍ਹਾਂ ਦੇ ਨਾਲ ਉਹ ਇੱਕ ਵਾਰੀ ਪੈਸੇ ਇਨਵੈਸਟ ਕਰਦੇ ਆ, ਬਾਅਦ ਵਿੱਚ ਲਾਈਫ ਟਾਈਮ ਉਹਨਾਂ ਨੂੰ ਉੱਥੋਂ ਪੈਸੇ ਆਉਂਦੇ ਰਹਿੰਦੇ ਆ। ਸੋ ਬਿਜ਼ਨਸ ਵੀ ਹੋ ਸਕਦਾ। ਸੋ ਡਜ਼ਨਟ ਮੈਟਰ ਉਹ ਆਪਣੇ ਬਿਜ਼ਨਸ ਵਿੱਚ ਜੋਬ ਕਰਦੇ ਆ ਜਾਂ ਨਹੀਂ ਕਰਦੇ, ਅਤੇ ਜਾਂ ਬਿਜ਼ਨਸ ਨੂੰ ਰਨ ਕਰਨ ਆਉਂਦੇ ਆ ਜਾਂ ਨਹੀਂ ਆਉਂਦੇ। ਜਾਂ ਇੱਕ ਇਨਵੈਸਟਰ ਆ ਉਹ ਇੱਕ ਕੋਈ ਲੈਂਡ ਬਾਏ ਕਰ ਲੈਂਦਾ ਅਤੇ ਉਹਨੂੰ ਲਾਈਫ ਟਾਈਮ ਲਈ ਉੱਥੋਂ ਜਿਹੜੇ ਪੈਸੇ ਆ ਉਹ ਰੈਂਟ ਦੇ ਰੂਪ ਦੇ ਵਿੱਚ ਉੱਥੋਂ ਆਉਣ ਲੱਗ ਪੈਂਦੇ ਆ। ਸੋ ਉਹ ਕੀ ਚੀਜ਼ ਆ, ਅਤੇ ਆਪਾਂ ਨੂੰ ਜਿਹੜਾ ਰਿਚ ਡੈਡ ਪੂਅਰ ਡੈਡ ਔਥਰ ਆ ਰੋਬਰਟ ਕਿਓਸਾਕੀ, ਸੋ ਉਹਨਾਂ ਨੇ ਇਹ ਚੀਜ਼ ਦੱਸੀ ਆ ਕਿ ਤੁਸੀਂ ਜਿਹੜੇ ਜੋਬ ਆ ਜਾਂ ਸੈਲਫ ਇੰਪਲੋਇਡ ਵੱਲ ਘੱਟ ਧਿਆਨ ਦੇ ਕੇ ਬਿਜ਼ਨਸ ਵੱਲ ਜਾਂ ਇਨਵੈਸਟਰ ਵੱਲ ਜ਼ਿਆਦਾ ਧਿਆਨ ਦਿਓ, ਜਿੱਥੋਂ ਪੈਸੇ ਦੇ ਨਾਲ ਪੈਸਾ ਤੁਸੀਂ ਜ਼ਿਆਦਾ ਕਮਾ ਸਕਦੇ ਆ। ਆਪਾਂ ਨੂੰ ਕਰਨਾ ਕੀ ਚਾਹੀਦਾ, ਆਪਾਂ ਨੂੰ ਇਹ ਨਹੀਂ ਕਰਨਾ ਕਿ ਆਪਾਂ ਜੋਬ ਛੱਡ ਦੇਣੀ ਆ। ਸੋ ਜੋਬ ਦੇ ਨਾਲ ਨਾਲ ਹੀ ਤੁਸੀਂ ਜਿਹੜਾ ਆਪਣਾ ਕੋਈ ਸਾਈਡ ਬਿਜ਼ਨਸ ਆਪਣਾ ਸਟਾਰਟ ਕਰ ਸਕਦੇ ਆ। ਸੋ ਕੋਈ ਵੀ ਚੀਜ਼ ਤੁਸੀਂ ਈਵਨ ਸਿੱਖ ਸਕਦੇ ਆ, ਤੁਹਾਡੇ ਕੋਲ ਕੋਈ ਸਕਿੱਲ ਆ ਤੁਸੀਂ ਉਹਨੂੰ ਹੋਰ ਇੰਪਰੂਵ ਕਰਕੇ ਆਪਣਾ ਕੋਈ ਪਾਰਟ ਟਾਈਮ ਬਿਜ਼ਨਸ ਜਿਹੜਾ ਸਟਾਰਟ ਕਰ ਸਕਦੇ ਆ, ਜਿੱਥੋਂ ਤੁਹਾਨੂੰ ਕਿ ਹੋਰ ਜਿਹੜਾ ਇਨਕਮ ਜਿਹੜਾ ਇੱਕ ਹੋਰ ਜਿਹੜਾ ਸੋਰਸ ਆਪਣਾ ਇਨਕਮ ਦਾ ਉਹ ਸਟਾਰਟ ਕਰਨਾ ਆ, ਠੀਕ ਆ। ਸੋ ਜਦੋਂ ਤੁਸੀਂ ਉਹ ਹੌਲੀ ਹੌਲੀ ਕਰੋਗੇ, ਉਹ ਚੀਜ਼ ਵਿੱਚ ਆਪਣੇ ਗਰੋ ਕਰੋਗੇ, ਫਿਰ ਹੌਲੀ ਹੌਲੀ ਤੁਸੀਂ ਜਿਹੜਾ ਜੋਬ ਆ ਉਹ ਆਪਣੀ ਘਟਾਈ ਜਾਣੀ ਆ ਅਤੇ ਜਿਹੜਾ ਆਪਣਾ ਬਿਜ਼ਨਸ ਆ ਉਹਦੇ ਵੱਲ ਤੁਸੀਂ ਆਪਣਾ ਜ਼ਿਆਦਾ ਧਿਆਨ ਦੇਣਾ, ਜਿੱਥੋਂ ਤੁਹਾਨੂੰ ਜ਼ਿਆਦਾ ਇਨਕਮ ਆ ਰਹੀ ਆ। ਸੋ ਬਾਕੀ
ਇਕੱਲੀ ਜਿਹੜੀ ਜੌਬ ਕਰਦੇ ਆ ਉਹਨਾਂ ਲਈ ਇੱਕ ਹੋਰ ਲੈਸਨ ਆ ਕਿ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਇਨਵੈਸਟਰ ਆ ਉਹਦਾ ਨਾਮ ਆ ਜੀ ਵਾਰਨ ਬਫੇਟ। ਸੋ ਵਾਰਨ ਬਫੇਟ ਕੀ ਕਹਿੰਦਾ ਕਿ ਜੇ ਤੁਸੀਂ ਇਕੱਲੀ ਜੌਬ ਕਰਦੇ ਆ ਤਾਂ ਤੁਸੀਂ ਗਰੀਬੀ ਤੋਂ ਸਿਰਫ ਇੱਕ ਕਦਮ ਦੂਰ ਆ ਜੇ ਤੁਹਾਡੇ ਕੋਲ ਇਕੱਲਾ ਇੱਕ ਸੋਰਸ ਆ ਇਨਕਮ ਦਾ। ਸੋ ਆਪਣਾ ਜਿਹੜਾ ਪੋਰਟਫੋਲੀਓ ਆ ਤੁਸੀਂ ਉਹ ਦੇਖੋ ਕਿ ਐਸੈਟ ਵਿੱਚ ਜਾ ਕੇ ਕਿ ਇੱਦਾਂ ਦੀਆਂ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਪੈਸਾ ਬਣਾ ਕੇ ਦੇ ਰਹੀਆਂ। ਸੋ ਕੋਈ ਬਿਜ਼ਨਸ ਹੋ ਸਕਦਾ ਜਾਂ ਐਸੈਟ ਕੋਈ ਵੀ ਇੱਦਾਂ ਦੀ ਚੀਜ਼ ਹੋ ਸਕਦੀ ਹੈ, ਜਿੱਦਾਂ ਕੋਈ ਇੱਕ ਵਾਰੀ ਆਪਾਂ ਓਪਨ ਕਰ ਲੈਂਦੇ ਹਾਂ, ਲਾਈਕ ਕੋਈ ਜਿਮ ਓਪਨ ਕਰ ਲਿਆ। ਸੋ ਉਹਦੇ ਵਿੱਚ ਆਪਾਂ ਇੱਕ ਵਾਰੀ ਇਨਵੈਸਟਮੈਂਟ ਕਰਤੀ ਅਤੇ ਬਾਅਦ ਵਿੱਚ ਆਪਾਂ ਨੂੰ ਹੌਲੀ ਹੌਲੀ ਉਹਦੇ ਤੋਂ ਰਿਟਰਨ ਆਈ ਜਾਣਾ। ਸੋ ਇੱਦਾਂ ਦੀਆਂ ਚੀਜ਼ਾਂ ਵਿੱਚ ਆਪਾਂ ਨੂੰ ਜ਼ਿਆਦਾ ਧਿਆਨ ਦੇਣਾ ਪੈਣਾ। ਬਟ ਇਹ ਜਿਹੜੀਆਂ ਚੀਜ਼ਾਂ ਇਹ ਇੱਦਾਂ ਨਹੀਂ ਆ ਕਿ ਕੋਈ ਰਾਤੋਂ ਰਾਤ ਗਰੀਬ ਤੋਂ ਅਮੀਰ ਹੋ ਜਾਂਦਾ। ਸੋ ਜਿਹੜਾ ਪੈਸੇ ਬਾਰੇ ਨੌਲੇਜ ਆ ਉਹ ਆਪਾਂ ਨੂੰ ਸਮਝਣੀ ਪੈਣੀ ਆ ਕਿ ਪੈਸਾ ਕੰਮ ਕਿੱਦਾਂ ਕਰਦਾ। ਸੋ ਹੌਲੀ ਹੌਲੀ ਜਿੱਦਾਂ ਤੁਸੀਂ ਜੌਬ ਕਰਦੇ ਆ ਅਤੇ ਉਹਦੇ ਵਿੱਚੋਂ ਹੀ ਆਪਾਂ ਜਿਹੜੇ ਖਰਚੇ ਵਗੈਰਾ ਤੁਸੀਂ ਘਟਾ ਕੇ ਅਤੇ ਤੁਸੀਂ ਕੁਛ ਕਿਹੜੇ ਰੂਲਸ ਆ ਉਹ ਅਪਲਾਈ ਕਰ ਸਕਦੇ ਆ। ਸੋ ਉਹਦੇ 'ਚ ਆਪਾਂ ਜਿੱਦਾਂ ਹੁਣ ਇੱਕ ਬੁੱਕ ਵੀ ਹੈਗੀ ਆ 80-20 ਰੂਲਸ ਆ, ਅਤੇ ਉਹਦੇ ਵਿੱਚ ਵੀ ਦੱਸਿਆ ਹੋਇਆ ਕਿ ਤੁਸੀਂ ਆਪਣਾ 10% ਜਾਂ 20% ਜਿਹੜਾ ਉਹ ਆਪਣਾ ਸੇਵ ਵੀ ਕਰਨਾ ਅਤੇ ਪਲੱਸ ਉਹਨੂੰ ਇਨਵੈਸਟ ਕਰਨਾ। ਸੋ ਆਪਾਂ ਜਿੱਦਾਂ ਮੋਸਟਲੀ ਇੰਡੀਆ ਤੋਂ ਆ ਅਤੇ ਉੱਥੇ ਆਪਣੀਆਂ ਫੈਮਲੀਜ਼ 'ਚ ਕੀ ਹੁੰਦਾ ਕਿ ਆਪਾਂ ਜ਼ਿਆਦਾ ਧਿਆਨ ਦਿੰਦੇ ਹਾਂ ਸੇਵਿੰਗ ਵੱਲ। ਬਟ ਸੇਵਿੰਗ ਵੱਲ ਜਾਂ ਵੱਧ ਤੋਂ ਵੱਧ FD ਕਰਾਤੀ, ਠੀਕ ਆ। ਬਟ ਉੱਥੇ ਜਿਹੜਾ ਰਿਟਰਨ ਆਉਂਦਾ ਉਹ ਕਿੰਨਾ ਆਉਂਦਾ, ਉਹ ਆਉਂਦਾ 5 ਜਾਂ 6% ਰਿਟਰਨ ਆਉਂਦਾ FD ਤੋਂ। ਬਟ ਆਪਾਂ ਨੂੰ ਨਾਲ ਦੀ ਨਾਲ ਇਹ ਨਹੀਂ ਪਤਾ ਹੁੰਦਾ ਜਿਹੜੀ ਦੂਸਰੀ ਜਿਹੜੀ ਡਾਰਕ ਸਾਈਡ ਆ ਕਿ ਇਨਫਲੇਸ਼ਨ ਰੇਟ ਕਿੰਨਾ ਚੱਲਦਾ ਪਿਆ। ਇੰਡੀਆ ਦਾ ਜਿਹੜਾ ਇਨਫਲੇਸ਼ਨ ਰੇਟ ਉਹ ਹੈਗਾ 6 ਜਾਂ 7%। ਸੋ ਮੀਨਸ ਕਿ ਜਿਹੜੀ ਅੱਜ ਆਪਾਂ ਨੂੰ 100 ਰੁਪਏ ਦੀ ਚੀਜ਼ ਉੱਥੋਂ ਮਿਲਦੀ ਪਈ ਆ ਉਹ 1 ਸਾਲ ਬਾਅਦ ਉਹ 106 ਦੀ ਹੋ ਜਾਣੀ ਆ। ਸੋ ਆਪਾਂ ਨੂੰ ਲੱਗਦਾ ਕਿ ਆਪਾਂ FD ਕਰਕੇ ਆਪਾਂ ਬਹੁਤ ਲਾਈਕ ਫਾਇਦੇ 'ਚ ਰਹਿ ਗਏ, ਆਪਾਂ ਨੂੰ ਪੈਸੇ ਆਉਂਦੇ ਆ, ਰਿਟਰਨ ਇੰਨੀ ਆਈ ਆ। ਬਟ ਔਨ ਦਾ ਅਦਰ ਹੈਂਡ ਜਿਹੜੀ ਮਹਿੰਗਾਈ ਆ, ਜਿਹੜੀ ਹੁੰਦੀ ਆ ਇਨਫਲੇਸ਼ਨ ਰੇਟ ਆ, ਮੁਦਰਾ ਸਫੀਤੀ, ਤਾਂ ਉਹ ਵੀ ਇਨਕਰੀਜ਼ ਹੋ ਜਾਂਦੀ ਹੈ। ਸੋ ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਮੋਸਟਲੀ ਉੱਥੇ ਨਹੀਂ ਸਿਖਾਈਆਂ ਜਾਂਦੀਆਂ, ਇੱਦਾਂ ਦੀਆਂ ਜਿਹੜੇ ਆਪਾਂ ਨੂੰ ਸਟੱਡੀ ਹੁੰਦੀ ਆ। ਸੋ ਇੱਦਾਂ ਦੀਆਂ ਜਿਹੜੀਆਂ ਬੁੱਕਸ ਆ ਉਹ ਆਪਾਂ ਰੀਡ ਕਰਕੇ ਆਪਣੀ ਜਿਹੜੀ ਨੌਲੇਜ ਆ ਪੈਸੇ ਦੇ ਲਈ ਉਹਨੂੰ ਆਪਾਂ ਇਨਕਰੀਜ਼ ਕਰ ਸਕਦੇ ਹਾਂ। ਸੋ ਕੋਈ ਵੀ ਤੁਸੀਂ ਜੌਬ ਕਰਦੇ ਆ ਉਹ ਕਰੀ ਜਾਣੀ ਆ, ਬਟ ਨਾਲ ਨਾਲ ਕੋਈ ਆਪਣਾ ਸਾਈਡ ਹਸਲ, ਕੋਈ ਸਾਈਡ ਬਿਜ਼ਨਸ ਸਟਾਰਟ ਕਰਨ ਬਾਰੇ ਵੀ ਤੁਸੀਂ ਸੋਚ ਸਕਦੇ ਆ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਮੈਨੇਜ ਕਰ ਸਕਦੇ ਆ ਤਾਂ। ਨੈਕਸਟ ਜਿਹੜਾ ਥਰਡ ਥਿੰਗ ਉਹ ਹੈਗੀ ਆ ਜੀ ਆਪਾਂ ਆਪਣੇ ਖਰਚੇ ਇੰਨੇ ਕਰ ਲੈਂਦੇ ਆ ਕਿ ਆਪਾਂ ਕੋਈ ਚੀਜ਼ ਆਪਾਂ ਬਾਏ ਕਰਦੇ ਆਪਾਂ ਇੰਸਟਾਲਮੈਂਟ 'ਤੇ ਬਾਏ ਕਰ ਲੈਂਦੇ ਆ। ਸੋ ਆਪਾਂ ਉਹਨੂੰ ਕੋਈ ਕਾਰ ਲੈ ਲਈ ਨਵੀਂ, ਕੋਈ ਨਵਾਂ ਫੋਨ ਆਇਆ ਨਵਾਂ ਫੋਨ ਲੈ ਲਿਆ, ਅਤੇ ਬ੍ਰੈਂਡਡ ਕੋਈ ਕੱਪੜੇ ਲੈ ਲਏ। ਸੋ ਜੇ ਤੁਸੀਂ ਉਹਨੂੰ ਅਫੋਰਡ ਕਰ ਸਕਦੇ ਆ ਤੁਸੀਂ ਉਹਨੂੰ ਲੈ ਸਕਦੇ ਆ। ਬਟ ਜਦੋਂ ਆਪਾਂ ਕੋਈ ਚੀਜ਼ ਇੰਸਟਾਲਮੈਂਟ 'ਤੇ ਕੋਈ ਇੱਦਾਂ ਦੀ ਲੈਂਦੇ ਆ ਅਤੇ ਆਪਾਂ ਕਾਫੀ ਟਾਈਮ ਅਤੇ ਜਿਹੜਾ ਆਪਣਾ ਐਨਰਜੀ ਆਪਣੀ ਵੇਸਟ ਹੋ ਜਾਂਦੀ ਆ ਉਹ ਜਸਟ ਇੰਸਟਾਲਮੈਂਟ 'ਤੇ ਕਰਨ 'ਤੇ। ਅਤੇ ਆਪਾਂ ਕੋਈ ਵੀ ਜੇ ਤੁਸੀਂ ਲੋਨ ਵੀ ਲੈਣਾ ਤਾਂ ਲੋਨ ਵੀ ਉਸ ਚੀਜ਼ ਦੀ ਲਓ ਜੇ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ। ਸੋ ਜੇ ਤੁਸੀਂ ਕੋਈ ਐਸੈਟ ਬਾਏ ਕਰਨਾ ਉਹਦੇ ਲਈ ਜੇ ਆਪਾਂ ਲੋਨ ਲਿਆ ਤਾਂ ਲੋਨ ਵਧੀਆ ਚੀਜ਼ ਆ। ਅਤੇ ਬਾਕੀ ਜਿਹੜੀਆਂ ਲਾਈਬਿਲਿਟੀਜ਼ ਹੁੰਦੀਆਂ, ਲਾਈਬਿਲਿਟੀਜ਼ ਕਿਹਨੂੰ ਕਹਿੰਦੇ ਆ, ਜਿਹੜੀ ਤੁਹਾਡੇ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਜਾਂਦੀ ਉਹਨੂੰ ਕਹਿੰਦੇ ਆ ਲਾਈਬਿਲਿਟੀਜ਼, ਠੀਕ ਆ। ਸੋ ਲਾਈਬਿਲਿਟੀਜ਼ ਕੀ ਆਪਾਂ ਜਦੋਂ ਕੋਈ ਚੀਜ਼ ਬਾਏ ਕਰਦੇ ਹਾਂ ਆਪਾਂ ਇੰਸਟਾਲਮੈਂਟ 'ਤੇ ਕੋਈ ਕਾਰ ਲੈ ਲੈਂਦੇ ਹਾਂ ਜਾਂ ਕੋਈ ਆਪਾਂ ਫੋਨ ਲੈ ਲੈਂਦੇ ਹਾਂ ਜਾਂ ਕੋਈ ਵੀ ਹੋਰ ਕੋਈ ਚੀਜ਼ ਆਪਾਂ ਜਿਹੜੀ ਇੰਸਟਾਲਮੈਂਟ 'ਤੇ ਲੈਂਦੇ ਹਾਂ। ਸੋ ਇਟ ਮੀਨਸ ਕਿ ਉਹ ਤੁਹਾਡੀ ਜੇਬ 'ਚੋਂ ਪੈਸੇ ਕੱਢ ਕੇ ਲੈ ਕੇ ਜਾ ਰਹੀ ਆ। ਜਾਂ ਫਿਰ ਡਿਜੀਟਲ ਆਪਾਂ ਕਹਿ ਦਈਏ ਲਾਈਬਿਲਿਟੀਜ਼, ਜਿੱਦਾਂ ਹੁਣ ਕਿ ਨੈਟਫਲਿਕਸ ਹੋ ਗਿਆ, ਪ੍ਰਾਈਮ ਵੀਡੀਓ ਆ। ਸੋ ਉਹਦੇ ਲਈ ਜਦੋਂ ਆਪਾਂ ਪੈਸੇ ਪੇ ਕਰਦੇ ਹਾਂ ਉਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਪੈਸੇ ਕੱਢ ਕੇ ਲੈ ਕੇ ਜਾ ਰਹੀਆਂ ਤੁਹਾਡੇ ਤੋਂ। ਸੋ ਲਾਈਬਿਲਿਟੀਜ਼ ਆ, ਤੁਹਾਨੂੰ ਉਹਨਾਂ ਦੇ ਲਈ ਪੇ ਕਰਨੇ ਪੈ ਰਹੇ। ਕੋਈ ਵੀ ਇੱਦਾਂ ਦੀ ਚੀਜ਼ ਜਿਹੜੀ ਤੁਹਾਡੇ ਤੋਂ ਪੈਸੇ ਲੈ ਕੇ ਜਾ ਰਹੀ ਆ ਅਤੇ ਈਵਨ ਉਹ ਇੰਸਟਾਲਮੈਂਟ ਵਿੱਚ ਆ ਜਾਂ ਜਿੱਦਾਂ ਵੀ ਆ, ਉਹ ਹੈਗੀ ਲਾਈਬਿਲਿਟੀਜ਼ ਆਪਣੇ ਲਈ, ਠੀਕ ਹੈ ਜੀ। ਸੋ ਜਿਹੜੀਆਂ ਚੀਜ਼ਾਂ ਆਪਾਂ ਨੂੰ ਪੈਸੇ ਲਿਆ ਕੇ ਦਿੰਦੀਆਂ, ਸੋਰਸ ਆਫ ਇਨਕਮ ਆ, ਉਹਨੂੰ ਕਹਿੰਦੇ ਆ ਐਸੈਟ। ਸੋ ਐਸੈਟ ਕੋਈ ਵੀ ਹੋ ਸਕਦਾ, ਈਵਨ ਆਪਾਂ ਕੋਈ ਲੈਂਡ ਬਾਏ ਕਰਦੇ ਹਾਂ, ਕੋਈ ਬਿਜ਼ਨਸ ਬਾਏ ਕਰਦੇ, ਜਾਂ ਫਿਰ ਜਿੱਦਾਂ ਕੋਈ ਆਪਣਾ ਸਟਾਕ ਆ, US ਮਾਰਕੀਟ ਆ, ਆਪਾਂ ਉਹਦੇ ਵਿੱਚ ਇਨਵੈਸਟ ਕਰ ਦਿੰਦੇ ਹਾਂ ਤਾਂ ਉਹ ਕੀ ਆ, ਉਹ ਆਪਣੀ ਇਨਵੈਸਟਮੈਂਟ ਹੋ ਜਾਂਦੀ ਆ ਅਤੇ ਉਹ ਇੱਕ ਆਪਣਾ ਐਸੈਟ ਬਣ ਜਾਂਦਾ। ਇੱਕ ਹੋਰ ਗੱਲ ਨੋਰਮਲ ਜੀ ਸੁਣਦੇ ਆ ਕਿ ਜਿਹੜੇ ਗਰੀਬ ਆ ਉਹ ਗਰੀਬ ਹੋਈ ਜਾਂਦੇ ਆ, ਜਿਹੜੇ ਅਮੀਰ ਆ ਉਹ ਅਮੀਰ ਹੋਈ ਜਾਂਦੇ ਆ। ਸੋ ਉੱਥੇ ਕੀ ਆ, ਉੱਥੇ ਕੋਈ ਗਰੀਬ ਦੀ ਜਾਂ ਅਮੀਰ ਦੀ ਕੋਈ ਗਲਤੀ ਨਹੀਂ ਗੀ, ਉਹ ਜਸਟ ਜਿਹੜੀ ਮੇਨ ਥਿੰਗ ਉਹ ਹੈਗੀ ਆ ਕਿ ਪੈਸੇ ਬਾਰੇ ਨੌਲੇਜ। ਜਿਹੜੇ ਅਮੀਰ ਆ, ਜਿਹੜੇ ਬਿਜ਼ਨਸਮੈਨ ਆ, ਉਹਨਾਂ ਨੂੰ ਪੈਸੇ ਬਾਰੇ ਨੌਲੇਜ ਆ। ਸੋ ਇਸ ਕਰਕੇ ਉਹ ਪੈਸੇ ਆ ਉਹਨਾਂ ਦੇ ਕੋਲ ਚਲੇ ਜਾਂਦਾ। ਅਤੇ ਇੱਥੇ ਇੱਕ ਹੋਰ ਵੀ ਚੀਜ਼ ਕਹੀ ਜਾਂਦੀ ਆ ਕਿ ਜੇ ਤੁਹਾਨੂੰ ਪੈਸੇ ਬਾਰੇ ਪ੍ਰੋਪਰ ਨੌਲੇਜ ਨਹੀਂ ਗੀ ਤਾਂ ਫਿਰ ਈਵਨ ਤੁਸੀਂ ਚਾਹੇ ਮਿਲੀਅਨ ਦੀ ਜਾਂ ਬਿਲੀਅਨ ਦੀ ਕੋਈ ਤੁਹਾਨੂੰ ਲੋਟਰੀ ਵੀ ਲੱਗ ਜਾਂਦੀ ਆ ਅਤੇ 4-5 ਸਾਲ ਬਾਅਦ ਤੁਸੀਂ ਫਿਰ ਗਰੀਬ ਹੀ ਰਹਿ ਜਾਓਗੇ ਜੇ ਤੁਹਾਨੂੰ ਪੈਸਾ ਵਰਕ ਕਿੱਦਾਂ ਕਰਦਾ ਉਹਦੇ ਬਾਰੇ ਨਹੀਂ ਪਤਾ। ਅਤੇ ਜੇ ਇੱਕ ਅਮੀਰ ਬੰਦਾ ਆ ਉਹ ਤੋਂ ਸਾਰਾ ਕੁਝ ਲੈ ਲਿਆ ਜਾਵੇ, ਜੋ ਬਹੁਤ ਵੱਡਾ ਕੋਈ ਬਿਜ਼ਨਸਮੈਨ ਆ ਜਾਂ ਕੁਛ ਵੀ, ਜਿੰਨੇ ਵੀ ਪੈਸੇ ਉਹ ਤੋਂ ਸਾਰਾ ਕੁਝ ਲੈ ਲਿਆ ਜਾਵੇ ਤਾਂ ਉਹ 5 ਸਾਲ ਦੇ ਵਿੱਚ ਵਿੱਚ ਹੀ, ਜੇ ਉਹਨੂੰ ਪ੍ਰੋਪਰ ਨੌਲੇਜ ਹੈਗੀ ਆ ਬਿਜ਼ਨਸ ਕਿੱਦਾਂ ਕਰਨਾ, ਅਤੇ ਉਹ 5 ਸਾਲ ਦੇ ਵਿੱਚ ਵਿੱਚ ਹੀ ਆਪਣਾ ਫਿਰ ਜ਼ੀਰੋ ਤੋਂ ਸਟਾਰਟ ਹੋ ਕੇ ਉੱਥੇ ਤੱਕ ਹੀ 5 ਸਾਲ ਤੱਕ ਪਹੁੰਚ ਜੂਗਾ ਜਿੱਥੇ ਤੱਕ ਉਹ ਪਹਿਲਾਂ ਸੀਗਾ। ਸੋ ਇਸ ਕਰਕੇ ਕੋਈ ਗਰੀਬ ਆ ਜਾਂ ਅਮੀਰ ਆ, ਜਾਂ ਆਪਾਂ ਕੋਈ ਕਿਸਮਤ ਨੂੰ ਆਪਾਂ ਕੋਈ ਕਹਿੰਦੇ ਰਹਿੰਦੇ ਹਾਂ ਕਿ ਹਾਂਜੀ ਸਾਡੀ ਕਿਸਮਤ ਮਾੜੀ, ਰੱਬ ਨੇ ਆਹ ਕਰਤਾ ਇੱਦਾਂ ਕਰਤਾ। ਸੋ ਉੱਥੇ ਕੀ ਆ, ਇੱਥੇ ਕੀ ਆ, ਫਿਰ ਇਹਨਾਂ ਚੀਜ਼ਾਂ ਵੱਲ ਘੱਟ ਧਿਆਨ ਦੇ ਕੇ ਅਤੇ ਰੱਬ ਨੇ ਸਾਰਿਆਂ ਨੂੰ ਇੱਕ ਦਿਨ ਦਿੱਤਾ, ਇੱਕ ਦਿਨ ਵਿੱਚ 24 ਘੰਟੇ ਹੁੰਦੇ, ਉਹ ਸਾਰਿਆਂ ਲਈ ਦਿੱਤੇ, ਠੀਕ ਆ। ਕਿਸੇ ਨੂੰ ਘੱਟ ਨਹੀਂ ਦਿੱਤੇ, ਕਿਸੇ ਨੂੰ ਵੱਧ ਨਹੀਂ ਦਿੱਤੇ। ਇਹ ਹੁਣ ਤੁਹਾਡੇ 'ਤੇ ਆ, ਇਹ ਹੁਣ ਆਪਣੇ 'ਤੇ ਆ ਕਿ ਆਪਾਂ
ਆਪਾਂ ਕੀ ਕਰਦੇ ਹਾਂ, ਉਸ 24 ਘੰਟੇ ਨੂੰ ਆਪਾਂ ਕਿੱਦਾਂ ਯੂਜ਼ ਕਰਦੇ ਹਾਂ, ਕਿ ਉਹਦੇ 'ਚ ਆਪਾਂ ਲਰਨ ਕਰਦੇ ਹਾਂ, ਕਿਹੜੀਆਂ ਚੀਜ਼ਾਂ ਆਪਾਂ ਸਿੱਖਦੇ ਹਾਂ, ਅਤੇ ਜਾਂ ਫਿਰ ਆਪਾਂ ਉਹਦੇ ਲਈ ਆਪਾਂ ਟਾਈਮ ਵੇਸਟ ਕਰਦੇ ਹਾਂ। ਅਤੇ ਜੇ ਕੋਈ ਬਿਜ਼ਨਸਮੈਨ ਆ, ਐਜ਼ ਐਨ ਐਗਜ਼ਾਮਪਲ, ਜੇ ਕੋਈ ਵਧੀਆ ਕਾਰ ਲੈਂਦਾ, ਕੋਈ ਫਰਾਰੀ ਜਾਂ ਕੋਈ ਹੋਰ, ਉਹ 'ਤੇ ਜ਼ਿਆਦਾ ਪੈਸੇ ਇਨਵੈਸਟ ਕਰਦਾ, ਸੋ ਆਪਾਂ ਨੂੰ ਲੱਗਦਾ ਕਿ ਉਹਨੇ ਉਹਦੇ ਉੱਪਰ ਪੈਸੇ ਇਨਵੈਸਟ ਕੀਤੇ ਹੋਏ ਆ, ਉੱਤੇ ਪੈਸੇ ਖਰਚ ਕੀਤੇ ਹੋਏ ਆ। ਉਹਨੇ ਪੈਸੇ ਉੱਤੇ ਖਰਚ ਨਹੀਂ ਕੀਤੇ ਹੁੰਦੇ, ਉਹਨੇ ਜਸਟ ਆਪਣਾ ਇੱਕ ਟੈਕਸ ਸੇਵ ਕਰਨ ਲਈ ਉਹ ਚੀਜ਼, ਜਿਹੜੇ ਪੈਸੇ ਆ ਉਹ ਆਪਣੀ ਕਾਰ 'ਤੇ ਜਾਂ ਕੋਈ ਮਹਿੰਗੀ ਹੋਰ ਕੋਈ ਚੀਜ਼ ਐਕਸਪੈਂਸਿਵ ਇੱਦਾਂ ਦੀ ਕੋਈ ਬ੍ਰਾਂਡਡ, ਉਹ ਚੀਜ਼ਾਂ 'ਤੇ ਲਾ ਦਿੰਦੇ ਆ। ਪਰ ਜਿਹੜੇ ਮਿਡਲ ਕਲਾਸ ਹੁੰਦੇ ਆ, ਉਹ ਆਪਾਂ ਕੀ ਕਰਦੇ, ਉਹਨਾਂ ਨੂੰ ਦੇਖ ਕੇ ਆਪਾਂ ਵੀ ਆਪਣੇ ਜਿਹੜੇ ਖਰਚੇ ਉਹ ਵਧਾ ਲੈਂਦੇ ਹਾਂ। ਜੇ ਉਹਨਾਂ ਨੇ ਕੋਈ ਕਾਰ ਲਈ, ਆਪਾਂ ਕਹਿਣਾ ਆਪਾਂ ਵੀ ਐਕਸਪੈਂਸਿਵ ਕਾਰ ਹੋਣੀ ਚਾਹੀਦੀ। ਉਹਨਾਂ ਨੇ ਕੋਈ ਫੋਨ ਲੈ ਲਿਆ, ਅਤੇ ਆਪਾਂ ਵੀ ਕਹਿੰਦੇ ਕਿ ਆਪਾਂ ਈਵਨ ਇੰਸਟਾਲਮੈਂਟ 'ਤੇ ਲੈਣਾ ਪਵੇ, ਅਤੇ ਵਧੀਆ ਫੋਨ, ਕੋਈ ਮਹਿੰਗਾ ਫੋਨ ਲੈਣਾ ਹੀ ਲੈਣਾ। ਸੋ ਇੱਥੇ ਇੱਕ ਨਰਿੰਦਰ ਸਿੰਘ ਕਪੂਰ ਜੀ ਦੀ ਬੁੱਕ ਆ ਮਾਲਾ ਮਣ ਕੇ, ਅਤੇ ਉੱਥੋਂ ਵੀ ਮੈਂ ਇੱਕ ਲਾਈਨ ਪੜ੍ਹੀ ਸੀਗੀ ਕਿ ਜੇ ਆਪਾਂ ਗਰੀਬ ਹੋਣ ਦਾ ਸਭ ਤੋਂ ਸੌਖਾ ਤਰੀਕਾ ਕੀ ਆ, ਕਿ ਅਮੀਰ ਹੋਣ ਦਾ ਦਿਖਾਵਾ ਕਰਨਾ। ਸੋ ਅਮੀਰ ਹੋਣ ਦਾ ਦਿਖਾਵਾ ਕਰਨ ਦੇ ਚੱਕਰ 'ਚ ਬਹੁਤ ਸਾਰੇ ਲੋਕ ਜਿਹੜੇ ਉਹ ਗਰੀਬ ਹੋ ਜਾਂਦੇ ਆ, ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਉਹਨਾਂ ਨੇ ਪੈਸੇ ਪੇ ਕੀਤੇ ਆ, ਉਹਨਾਂ ਨੂੰ ਉਹ ਜੋਬ ਕਰਕੇ ਕਮਾ ਕੇ ਉਹਨਾਂ ਨੂੰ ਇੰਸਟਾਲਮੈਂਟ ਪੇ ਕਰਨੀ ਆ, ਕੋਈ ਉਹਨਾਂ ਨੇ ਕਾਰ ਵਗੈਰਾ ਕੋਈ ਐਕਸਪੈਂਸਿਵ ਲਈ ਆ ਤਾਂ। ਪਰ ਔਨ ਦਾ ਅਦਰ ਹੈਂਡ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਬਿਜ਼ਨਸਮੈਨ ਆ, ਜਿਹੜੇ ਅਮੀਰ ਆ ਲੋਕ, ਉਹ ਕੀ ਕਰਦੇ, ਉਹ ਟੈਕਸ ਬਚਾਉਣ ਕਰਕੇ ਹੀ ਜਿਹੜੀਆਂ ਮਹਿੰਗੀਆਂ ਚੀਜ਼ਾਂ ਉਹ ਬਾਏ ਕਰਦੇ ਆ। ਉਹਨਾਂ ਨੇ ਤਾਂ ਜਸਟ ਈਵਨ ਬਿਜ਼ਨਸ ਕਲਾਸ ਵੀ ਟਿਕਟ ਲਈ ਆ, ਅਤੇ ਉਹ ਵੀ ਸ਼ੋਅ ਕਰ ਦੇਣਾ ਕਿ ਉਹਨਾਂ ਨੇ ਕਿਸੇ ਦੀ ਕਾਉਂਸਲਿੰਗ 'ਚ ਜਾਣਾ ਜਾਂ ਕਿਤੇ ਹੋਰ ਕੰਟਰੀ 'ਚ ਜਾ ਕੇ ਆਪਣੇ ਬਿਜ਼ਨਸ ਨੂੰ ਗਰੋ ਕਰਨ ਦੇ ਲਈ ਉੱਥੋਂ ਕੁਛ ਸਿੱਖ ਕੇ ਆਉਣਾ, ਕੋਈ ਸੈਮੀਨਾਰ ਅਟੈਂਡ ਕਰਨਾ, ਅਤੇ ਉਹਨਾਂ ਨੇ ਤਾਂ ਉਹ ਟਿਕਟ ਦੇ ਪੈਸੇ ਵੀ ਜਿਹੜੇ ਆ ਉਹ ਸਾਰੇ ਟੈਕਸ ਵਿੱਚ ਆਪਣਾ ਪਾ ਕੇ ਸੇਵ ਕਰ ਲੈਣੇ ਆ। ਸੋ ਔਨ ਦਾ ਅਦਰ ਹੈਂਡ, ਜੇ ਕੋਈ ਹੋਰ ਉਹਨਾਂ ਦੇ ਨਾਲ ਕੋਈ ਕਾਪੀ ਕਰੇ ਉਹਨਾਂ ਨੂੰ, ਅਤੇ ਉਹਨੇ ਫਿਰ ਬੰਦੇ ਨੇ ਮਿਡਲ ਕਲਾਸ ਤੋਂ ਵੀ ਹੋਰ ਜਿਹੜਾ ਉਹ ਗਰੀਬ ਹੋ ਜਾਣਾ। ਸੋ ਇਹਨਾਂ ਚੀਜ਼ਾਂ ਦਾ ਹੈ ਤਾਂ ਚੀਜ਼ਾਂ ਬਹੁਤ ਨੋਰਮਲ ਆ, ਬਟ ਇਹ ਚੀਜ਼ਾਂ ਜੇ ਆਪਾਂ ਆਪਣੀ ਲਾਈਫ ਵਿੱਚ ਅਪਲਾਈ ਕਰਦੇ ਹਾਂ, ਅਤੇ ਮਨੀ ਮੈਨੇਜਮੈਂਟ ਆ, ਪੈਸੇ ਬਾਰੇ ਸੋਚਦੇ ਹਾਂ, ਪੜ੍ਹਦੇ ਹਾਂ, ਅਤੇ ਹੋਰ ਕੋਈ ਵੀ ਚੀਜ਼ ਜਿੱਥੋਂ ਵੀ ਤੁਹਾਨੂੰ ਸੋਰਸ ਆਫ ਕੋਈ ਮਿਲਦਾ ਸਿੱਖਣ ਦਾ, ਠੀਕ ਹੈ ਜੀ, ਕੋਈ ਵੀਡੀਓ ਆ, ਕੋਈ ਆਡੀਓ ਆ ਜਾਂ ਕੋਈ ਬੁੱਕ ਆ, ਅਤੇ ਤੁਸੀਂ ਉੱਥੋਂ ਇਹ ਚੀਜ਼ਾਂ ਨੂੰ ਰੀਡ ਕਰਕੇ ਅਤੇ ਆਪਣੀ ਜਿਹੜੀ ਨੌਲੇਜ ਆ ਪੈਸੇ ਬਾਰੇ, ਅਤੇ ਉਹਨੂੰ ਹੋਰ ਵੀ ਇਨਕਰੀਜ਼ ਕਰ ਸਕਦੇ ਹਾਂ, ਅਤੇ ਆਪਣੀ ਲਾਈਫ ਵਿੱਚ ਹੋਰ ਵੀ ਜਲਦੀ ਜਿਹੜਾ ਸਕਸੈਸਫੁਲ ਹੋ ਸਕਦੇ ਹਾਂ। ਅਤੇ ਹੋਰ ਇਸ ਬੁੱਕ ਵਿੱਚ ਦੱਸਿਆ ਗਿਆ ਕਿ ਅਮੀਰ ਹੋਣ ਦੇ ਵਿੱਚ ਅਤੇ ਅਮੀਰ ਦਿਸਣ ਦੇ ਵਿੱਚ ਜਿਹੜਾ ਬਹੁਤ ਵੱਡਾ ਫ਼ਰਕ ਹੁੰਦਾ। ਸੋ ਆਪਾਂ ਇੱਦਾਂ ਨਹੀਂ ਆ ਕਿ ਕੋਈ ਆਪਾਂ ਕਾਰ ਬਾਏ ਕਰਕੇ ਜਾਂ ਵਧੀਆ ਕੱਪੜੇ, ਬ੍ਰਾਂਡਡ ਕੱਪੜੇ ਬਾਏ ਕਰਕੇ, ਕੋਈ ਵਧੀਆ ਫੋਨ ਬਾਏ ਕਰਕੇ ਅਤੇ ਆਪਾਂ ਅਮੀਰ ਹੋ ਜਾ। ਸੋ ਅਮੀਰ ਹੋਣ ਦਾ ਆਪਾਂ ਦਿਖਾਵਾ ਨਾ ਕਰਕੇ, ਜੇ ਐਕਚੁਅਲ ਵਿੱਚ ਆਪਾਂ ਅਮੀਰ ਹੋਈਏ, ਅਤੇ ਐਕਚੁਅਲ ਵਿੱਚ ਆਪਾਂ ਜਿਹੜੀ ਆਪਣੀ ਵੈਲਥ ਆ ਉਹ ਕ੍ਰੀਏਟ ਕਰੀਏ, ਪੈਸਿਵ ਇਨਕਮ 'ਤੇ ਜ਼ਿਆਦਾ ਫੋਕਸ ਕਰੀਏ। ਪੈਸਿਵ ਇਨਕਮ ਕਿਹੜੀ ਹੁੰਦੀ, ਜਿੱਦਾਂ ਆਪਾਂ ਕੋਈ ਬਿਜ਼ਨਸ ਕਰਦੇ ਹਾਂ, ਕੋਈ ਆਪਾਂ ਇਨਵੈਸਟ ਕਰਦੇ ਹਾਂ ਪੈਸੇ, ਜਾਂ ਕੋਈ ਸਟਾਕ ਵਗੈਰਾ ਬਾਏ ਕਰਦੇ ਹਾਂ, ਅਤੇ ਜਦੋਂ ਤੁਹਾਨੂੰ ਪੈਸਿਵ ਇਨਕਮ ਉਹਨੂੰ ਕਹਿੰਦੇ ਆ ਕਿ ਜਦੋਂ ਆਪਣੇ ਸੁੱਤੇ ਪਏ ਵੀ ਆਪਣੇ ਜਿਹੜੇ ਪੈਸੇ ਉਹ ਬਣਦੇ ਹੋਣ। ਈਵਨ ਤੁਸੀਂ ਉਹ ਐਕਚੁਅਲ 'ਚ ਕੋਈ ਜੋਬ ਉੱਥੇ ਐਕਟਿਵਲੀ ਨਹੀਂ ਵੀ ਕਰਦੇ ਪਏ, ਅਤੇ ਫਿਰ ਵੀ ਤੁਹਾਨੂੰ ਕਿਤੋਂ ਪੈਸੇ ਆਉਂਦੇ ਆ, ਤਾਂ ਉਹਨੂੰ ਕਹਿੰਦੇ ਜੀ ਆਪਾਂ ਪੈਸਿਵ ਇਨਕਮ। ਸੋ ਆਥਰ ਨੇ ਇਹਦੇ ਵਿੱਚ ਕਾਫੀ ਇੱਦਾਂ ਦੀਆਂ ਚੀਜ਼ਾਂ ਦੱਸੀਆਂ ਹੋਈਆਂ ਜਿਹਦੇ ਨਾਲ ਆਪਾਂ ਪੈਸਿਵ ਇਨਕਮ ਦੇ ਜਿਹੜੇ ਸੋਰਸ ਆ ਉਹ ਆਪਾਂ ਜਨਰੇਟ ਕਰ ਸਕਦੇ ਹਾਂ। ਆਪਾਂ ਸਟਾਕ ਬਾਏ ਕਰ ਸਕਦੇ ਹਾਂ, ਕੋਈ ਲੈਂਡ ਬਾਏ ਕਰ ਸਕਦੇ, ਕੋਈ ਬਿਜ਼ਨਸ, ਈਵਨ ਸਮੋਲ ਬਿਜ਼ਨਸ ਵੀ ਕਿਤੋਂ ਵੀ ਤੁਸੀਂ ਸ਼ੁਰੂਆਤ ਕਰਨੀ ਆ, ਅਤੇ ਘੱਟ ਪੈਸੇ ਲਾ ਕੇ ਵੀ, ਇਨਵੈਸਟ ਕਰਕੇ ਵੀ ਤੁਸੀਂ ਉੱਥੇ ਸ਼ੁਰੂਆਤ ਕਰਨੀ ਆ, ਅਤੇ ਤੁਹਾਨੂੰ ਉਹ ਸ਼ੁਰੂਆਤ ਕਰਨੀ ਚਾਹੀਦੀ ਆ। ਸੋ ਪੈਸਿਵ ਇਨਕਮ ਬਾਰੇ ਆਪਣਾ ਜ਼ਿਆਦਾ ਜਿਹੜੇ ਆ ਇਹਨਾਂ ਨੇ ਦਿੱਤਾ ਹੋਇਆ, ਅਤੇ ਉਹ ਕਰਨਾ ਵੀ ਚਾਹੀਦਾ। ਅਤੇ ਕਾਫੀ ਹੋਰ ਵੀ ਚੀਜ਼ਾਂ ਇਹਦੇ ਵਿੱਚ ਇੱਦਾਂ ਦੀਆਂ ਵਧੀਆ ਦਿੱਤੀਆਂ ਗਈਆਂ ਜਿਹੜੀਆਂ ਤੁਸੀਂ ਪ੍ਰੋਪਰ ਬੁੱਕ ਨੂੰ ਰੀਡ ਕਰਕੇ ਹੋਰ ਵੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਿੱਖ ਸਕਦੇ ਆ। ਅਤੇ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਮੇਨ ਰੀਜ਼ਨ ਆ ਕਿ ਜਿਹੜਾ ਮਿਡਲ ਕਲਾਸ ਆ ਜਾਂ ਗਰੀਬ ਬੰਦੇ, ਉਹ ਗਰੀਬ ਹੀ ਰਹਿ ਜਾਂਦੇ ਆ, ਉਹ ਕਾਹਤੋਂ, ਕਿਉਂਕਿ ਉਹ ਮਹਿੰਗੀਆਂ ਚੀਜ਼ਾਂ ਬਾਏ ਕਰਦੇ, ਉਹ ਆਪਣੇ ਖਰਚੇ ਵਧਾ ਲੈਂਦੇ ਆ। ਇਨਕਮ ਉਹਨਾਂ ਦੀ ਘੱਟ ਹੁੰਦੀ ਹੈ, ਖਰਚੇ ਜ਼ਿਆਦਾ ਹੁੰਦੇ ਆ। ਸੋ ਜੇ ਤੁਸੀਂ ਵੀ ਕੋਈ ਸਟਾਰਟ ਕਰਨਾ, ਬਿਜ਼ਨਸ ਵੀ ਕਰਨਾ, ਜਾਂ ਤੁਹਾਨੂੰ ਪੈਸੇ ਆਉਣੇ ਸਟਾਰਟ ਹੋ ਵੀ ਜਾਂਦੇ ਆ, ਤਾਂ ਤੁਸੀਂ ਇੱਦਾਂ ਨਹੀਂ ਆ ਕਿ ਨਾਲ ਹੀ ਤੁਸੀਂ ਆਪਣੀ ਜਿਹੜੀਆਂ ਲਗਜ਼ਰੀ ਆਈਟਮਸ ਆ ਉਹਨਾਂ ਨੂੰ ਬਾਏ ਕਰਨਾ ਸਟਾਰਟ ਕਰ ਦੇਣਾ। ਸੋ ਜਿਹੜੀਆਂ ਲਗਜ਼ਰੀ ਆਈਟਮਸ ਆ, ਇਹਨਾਂ ਨੂੰ ਲਾਸਟ 'ਤੇ ਬਾਏ ਕਰਨਾ, ਜਦੋਂ ਪ੍ਰੋਪਰ ਇੱਕ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਗਰੋ ਹੋ ਗਿਆ, ਪ੍ਰੋਪਰ ਇੱਕ ਸੈਟਅਪ ਹੋ ਗਿਆ ਕਿ ਹਾਂਜੀ ਹੁਣ ਇੰਨੀ ਇਨਕਮ ਇੱਥੋਂ ਆ ਰਹੀ ਆ, ਇੰਨੀ ਇਨਕਮ ਇੱਧਰੋਂ ਆ ਰਹੀ ਆ, ਅਤੇ ਪੈਸੇ ਦੇ ਜਿਹੜੇ ਸੋਰਸ ਆ ਅਲੱਗ-ਅਲੱਗ, ਉਹ ਇੱਕ ਨਹੀਂ, ਦੋ ਨਹੀਂ, ਉਹ ਘੱਟੋ ਘੱਟ 4-5 ਜਿਹੜੇ ਤੁਹਾਡੇ ਇਨਕਮ ਸੋਰਸ ਹੋਣੇ ਚਾਹੀਦੇ ਆ। ਸੋ ਜਿਹੜੇ ਇੱਦਾਂ ਦੇ ਇਨਕਮ ਸੋਰਸ ਆ ਉਹ ਕਿੱਥੋਂ ਆਉਣਗੇ, ਤੁਸੀਂ ਆਪਣੀ ਜਿਹੜੀ ਨੌਲੇਜ ਆ ਉਹਨੂੰ ਇਨਕਰੀਜ਼ ਕਰਕੇ, ਉਹ ਤੁਸੀਂ ਬੁੱਕਸ ਤੋਂ ਸਿੱਖ ਸਕਦੇ ਆ, ਕੋਈ ਵੀਡੀਓ, ਕੋਈ ਸੈਮੀਨਾਰ ਵਗੈਰਾ ਅਟੈਂਡ ਕਰਕੇ ਉਹਨਾਂ ਲੋਕਾਂ ਤੋਂ ਸਿੱਖ ਸਕਦੇ ਆ ਜਿਨ੍ਹਾਂ ਨੇ ਆਲਰੇਡੀ ਉਹ ਚੀਜ਼ ਕਰਤੀ ਆ। ਸੋ ਕੋਈ ਵੀ ਸਕਸੈਸਫੁਲ ਬਿਜ਼ਨਸਮੈਨ ਆ, ਅਤੇ ਆਪਣੇ ਜਿਹੜੇ ਜਿੱਦਾਂ ਸੈਮੀਨਾਰ ਆ ਉਹ ਹੁੰਦੇ ਰਹਿੰਦੇ ਆ, ਕੋਈ ਨਾ ਕੋਈ ਆਉਂਦਾ ਰਹਿੰਦਾ, ਅਤੇ ਜਿੱਦਾਂ ਕਿ ਟੋਨੀ ਰੋਬਿਨਸ ਆ, ਅਤੇ ਡੇਵਿਡ ਗੋਗਿਨਸ ਆ। ਸੋ ਇੱਦਾਂ ਦੇ ਜਿਹੜੇ ਬੰਦੇ ਜਿਹੜੇ ਮੇਨ ਆ, ਬਿਜ਼ਨਸ ਕੋਚ ਹੋ ਗਿਆ ਕੋਈ, ਜਾਂ ਕੋਈ ਸਕਸੈਸਫੁਲ ਬਿਜ਼ਨਸ ਕੋਚ ਆ, ਜਾਂ ਕੋਈ ਮੈਂਟਰ ਆ ਬਿਜ਼ਨਸ ਦਾ। ਸੋ ਉਹਨਾਂ ਤੋਂ ਤੁਸੀਂ ਇੱਦਾਂ ਦੀਆਂ ਚੀਜ਼ਾਂ ਸਿੱਖ ਸਕਦੇ ਆ ਜਿਹੜੇ ਕਿ ਤੁਹਾਨੂੰ ਹੈਲਪ ਕਰ ਸਕਦੇ ਆ ਤੁਹਾਡੇ ਬਿਜ਼ਨਸ ਨੂੰ ਗਰੋ ਕਰਨ ਦੇ ਵਿੱਚ। ਪੈਸੇ ਬਾਰੇ ਕਾਫੀ ਲੋਕ ਇੱਦਾਂ ਸਮਝਦੇ ਆ ਕਿ ਪੈਸਾ ਜਿਹੜਾ ਉਹ ਮਾੜੀ ਚੀਜ਼ ਆ,
ਬਟ ਪੈਸੇ ਨਾਲ ਸਾਰਾ ਕੁਝ ਤਾਂ ਨਹੀਂ ਖਰੀਦਿਆ ਜਾ ਸਕਦਾ, ਪਰ ਪੈਸੇ ਨਾਲ ਬਹੁਤ ਕੁਝ, ਜਿਹੜੀਆਂ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਆ ਜਿਨ੍ਹਾਂ ਦੇ ਸੋਲਿਊਸ਼ਨ ਜਸਟ ਪੈਸੇ ਨਾਲ ਹੀ ਹੋ ਸਕਦੇ ਆ। ਸੋ ਪੈਸੇ ਬਾਰੇ ਇੱਕ ਜਿਹੜਾ ਆਪਣਾ ਵਿਚਾਰ ਆ, ਇੱਕ ਆਪਣਾ ਐਟੀਟਿਊਡ ਆ, ਉਹ ਵਧੀਆ ਹੋਣਾ ਚਾਹੀਦਾ। ਜੇ ਕਿਸੇ ਕੋਲ ਪੈਸੇ ਆ ਜਾਂ ਕੋਈ ਅਮੀਰ ਬਣਿਆ ਤੇ ਆਪਾਂ ਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ, ਤੇ ਉਹ ਦੇਖਣਾ ਚਾਹੀਦਾ ਉਹਨਾਂ ਨੇ ਕਿਹੜਾ ਚੀਜ਼ਾਂ ਨੂੰ ਫੋਲੋ ਕੀਤਾ ਜਾਂ ਕਿੱਦਾਂ ਜ਼ੀਰੋ ਤੋਂ ਸਟਾਰਟ ਕਰਕੇ ਉੱਪਰ ਤੱਕ ਕਿੱਦਾਂ ਗਿਆ। ਸੋ ਇਸ ਕਰਕੇ ਪੈਸੇ ਦੇ ਲਈ ਆਪਣੇ ਵਿਚਾਰ ਇੱਦਾਂ ਨਹੀਂ ਹੋਣੇ ਚਾਹੀਦੇ, ਨੈਗੇਟਿਵ ਨਹੀਂ ਹੋਣੇ ਚਾਹੀਦੇ, ਨਹੀਂ ਤਾਂ ਆਪਣੇ ਕੋਲ ਪੈਸਾ ਕਦੀ ਨਹੀਂ ਆ ਸਕਦਾ। ਸੋ ਜੇ ਆਪਾਂ ਰਿਸਪੈਕਟ ਕਰਦੇ ਹਾਂ ਉਹ ਚੀਜ਼ ਦੀ ਕਿ ਜੇ ਕਿਸੇ ਕੋਲ ਪੈਸਾ, ਜੇ ਕੋਈ ਅਮੀਰ ਆ, ਉਹਨੇ ਵਧੀਆ ਕੰਮ ਕੀਤੇ, ਤੇ ਪੈਸਾ ਜਦੋਂ ਤੁਹਾਡੇ ਕੋਲ ਹੋਊਗਾ ਤੇ ਈਵਨ ਤੁਸੀਂ ਕਿਸੇ ਹੋਰ ਦੀ ਵੀ ਹੈਲਪ ਕਰ ਸਕਦੇ ਆ ਉਸ ਚੀਜ਼ ਦੇ ਨਾਲ। ਸੋ ਜ਼ਰੂਰੀ ਨਹੀਂਗਾ ਕਿ ਜਿਹੜੇ ਕੋਈ ਅਮੀਰ ਆ ਉਹਨਾਂ ਨੇ 2 ਨੰਬਰ ਦੇ ਕੋਈ ਧੰਦੇ ਕਰਕੇ ਜਾਂ ਕੋਈ ਉਹਨਾਂ ਨੇ ਕੋਈ ਸ਼ਾਰਟਕਟ ਯੂਜ਼ ਕੀਤਾ ਲਾਈਫ ਵਿੱਚ ਤਾਂ ਉਹ ਅਮੀਰ ਹੋਇਆ। ਸੋ ਮੇਰੇ ਅਕੋਰਡਿੰਗ ਜੇ ਕੋਈ ਅਮੀਰ ਆ ਜਾਂ ਕੋਈ ਵਧੀਆ ਪੈਸੇ ਕਮਾ ਰਿਹਾ, ਤਾਂ ਆਪਾਂ ਸਾਰੇ ਜਿੰਨਾ ਵੀ ਕਮਾ ਰਹੇ ਹਾਂ ਆਪਾਂ ਉਨਾ ਹੀ ਕਮਾ ਰਹੇ ਹਾਂ ਜਿੰਨੇ ਕੁ ਆਪਾਂ ਯੋਗ ਆ, ਜਿੰਨੇ ਕੁ ਆਪਣੀ ਕੋਲ ਅਬਿਲਿਟੀ ਆ। ਸੋ ਇੱਦਾਂ ਨਹੀਂ ਹੁੰਦਾ ਜੇ ਕੋਈ ਜ਼ਿਆਦਾ ਪੈਸੇ ਕਮਾ ਰਿਹਾ ਤੇ ਮੇਬੀ ਉਹਨੂੰ ਰੱਬ ਨੇ ਜ਼ਿਆਦਾ ਦੇ ਦਿੱਤਾ, ਉਹਨੇ ਜ਼ਿਆਦਾ ਮਿਹਨਤ ਕੀਤੀ ਹੈ ਆਪਣੇ ਨਾਲੋਂ, ਉਹਦੇ ਕੋਲ ਆਪਣੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਆ ਪੈਸਿਆਂ ਨੂੰ ਲੈ ਕੇ, ਉਹਨੇ ਆਪਣੇ ਨਾਲੋਂ ਜ਼ਿਆਦਾ ਮੇਬੀ ਹੋ ਸਕਦਾ ਰਿਸਕ ਲਏ ਹੁਣ ਪੈਸਿਆਂ ਕਰਕੇ। ਸੋ ਇਸ ਕਰਕੇ ਹੁੰਦਾ ਕਿ ਇੱਕ ਕੋਈ ਬੰਦਾ ਜ਼ਿਆਦਾ ਪੈਸੇ ਕਮਾ ਰਿਹਾ, ਇੱਕ ਘੱਟ ਕਮਾ ਰਿਹਾ। ਹੁਣ ਜੇ ਆਪਾਂ ਜੋਬ ਕਰਦੇ ਹਾਂ, ਜਸਟ ਸਿਕਿਉਰ ਫੀਲ ਕਰਦੇ ਹਾਂ, ਬਸ ਜੋਬ 'ਤੇ ਜਾਣਾ, ਘਰੇ ਆ ਗਏ ਅਤੇ ਜਸਟ ਨੋਰਮਲੀ ਟੀ ਵੀ ਦੇਖ ਲਿਆ, ਟਾਈਮ ਜਿੰਨਾ ਵੀ ਆ ਸਿੱਖਣ ਨੂੰ ਆ ਉਹ ਜਸਟ ਸਾਰਾ ਟੀ ਵੀ ਦੇ ਵਿੱਚ ਹੀ ਨਿਗਾਹ ਤਾ ਆਪਾਂ, ਜਾਂ ਆਪਣਾ ਜਸਟ ਸੋਸ਼ਲ ਮੀਡੀਆ 'ਤੇ ਰੀਲਸ ਵਗੈਰਾ ਦੇਖ ਲਈਆਂ ਟਿਕਟੋਕ 'ਤੇ। ਸੋ ਇਹਨਾਂ ਚੀਜ਼ਾਂ ਵੱਲ ਟਾਈਮ ਲਾਉਣ ਨਾਲੋਂ ਜ਼ਿਆਦਾ ਤੁਸੀਂ ਆਪਣੇ ਆਪ 'ਤੇ ਇਨਵੈਸਟ ਕਰ ਸਕਦੇ। ਆਪਣੇ ਆਪ 'ਤੇ ਇਨਵੈਸਟਮੈਂਟ ਕਰਨ ਦਾ ਮੀਨਿੰਗ ਆ ਕਿ ਆਪਣੇ ਆਪ ਨੂੰ ਸਿਖਾਉਣ 'ਤੇ ਟਾਈਮ ਦੇਣਾ ਅਤੇ ਨਵੀਆਂ ਚੀਜ਼ਾਂ ਲਰਨ ਕਰਨੀਆਂ। ਸੋ ਉਹ ਚੀਜ਼ਾਂ ਵੱਲ ਤੁਸੀਂ ਜ਼ਿਆਦਾ ਧਿਆਨ ਦੇ ਕੇ ਆਪਣੀ ਲਾਈਫ ਵਿੱਚ ਬਹੁਤ ਜਲਦੀ ਜਿਹੜਾ ਉਹ ਸਕਸੈਸਫੁਲ ਹੋ ਸਕਦੇ ਆ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ। ਬਾਕੀ ਜਿਹੜਾ ਲਾਸਟ ਲੈਸਨ ਆ ਉਹ ਇਹ ਆ ਕਿ ਰੋਬਰਟ ਕਿਓਸਾਕੀ ਉਹ ਕਹਿੰਦੇ ਆ ਕਿ ਆਪਾਂ ਜਦੋਂ ਕੋਈ ਜੋਬ ਕਰਦੇ ਹਾਂ ਤਾਂ ਆਪਾਂ ਪੈਸੇ ਵੱਲ ਧਿਆਨ ਦਿੰਦੇ ਹਾਂ ਕਿ ਆਪਾਂ ਜੋਬ ਕਰਨੀ ਆ, ਆਪਾਂ ਨੂੰ ਪੈਸੇ ਆਉਣ। ਬਟ ਜੇ ਕੋਈ ਬਿਜ਼ਨਸਮੈਨ ਆ ਜਿਹੜੇ ਉਹ ਕੀ ਕਰਦੇ ਆ, ਉਹ ਧਿਆਨ ਦਿੰਦੇ ਆ ਕਿਵਨ ਆਪਾਂ ਨੂੰ ਕਿਤੇ ਕੋਈ ਚੀਜ਼ ਸਿੱਖਣ 'ਤੇ ਧਿਆਨ ਦਿੰਦੇ ਆ। ਸੋ ਕਹਿੰਦੇ ਕੋਈ ਜਿਹੜਾ ਸਕਿੱਲ ਆ ਜਾਂ ਕੋਈ ਇੱਦਾਂ ਦੀ ਕੋਈ ਨੌਲੇਜ ਆ, ਕੋਈ ਕਿਸੇ ਸਪੈਸੀਫਿਕ ਕੋਈ ਨੌਲੇਜ ਆ ਕੋਈ ਸਕਿੱਲ ਬਾਰੇ, ਉਹ ਸਿੱਖੋ ਪਹਿਲਾਂ, ਅਤੇ ਉਹ ਪੈਸੇ ਉਦੋਂ ਨਾ ਦੇਖੋ ਕਿ ਉਦੋਂ ਤੁਹਾਨੂੰ ਪੈਸੇ ਮਿਲਦੇ ਪਏ ਜਾਂ ਨਹੀਂ। ਸੋ ਸਿੱਖਣ ਵੱਲ ਪਹਿਲਾਂ ਧਿਆਨ ਦਿਓ, ਬਾਅਦ ਵਿੱਚ ਉਹਦੀ ਜਿਹੜੀ ਰਿਟਰਨ ਆ ਉਹ ਤੁਹਾਨੂੰ ਬਾਅਦ ਵਿੱਚ ਮਿਲਣੀ ਆ। ਆਪਾਂ ਨੂੰ ਹੁੰਦਾ ਕਿ ਨਹੀਂ ਆਪਾਂ ਜੇ ਜੋਬ ਕਰਦੇ ਹਾਂ ਆਪਾਂ ਨੂੰ ਪੈਸੇ ਮਿਲਦੇ ਆ ਫਿਰ ਹੀ ਆਪਾਂ ਜੋਬ ਕਰਨੀ ਆ। ਬਟ ਜੇ ਤੁਹਾਨੂੰ ਕੁਛ ਲੱਗਦਾ ਕਿ ਤੋਂ ਕੋਈ ਸਿੱਖਣ ਨੂੰ ਕੋਈ ਚੀਜ਼ ਮਿਲਦੀ ਆ, ਉੱਥੋਂ ਪੈਸੇ ਘੱਟ ਵੀ ਮਿਲਦੇ ਆ ਜਾਂ ਨਹੀਂ ਵੀ ਮਿਲਦੇ, ਤਾਂ ਤੁਸੀਂ ਪਹਿਲਾਂ ਚੀਜ਼ ਨੂੰ ਸਿੱਖੋ, ਉਸ ਤੋਂ ਬਾਅਦ ਵਿੱਚ ਤੁਹਾਨੂੰ ਜਿਹੜੀ ਰਿਟਰਨ ਆਊਗੀ ਉਸ ਤੋਂ ਵੀ ਜ਼ਿਆਦਾ ਆਊਗੀ। ਬਹੁਤ ਸਾਰੇ ਇੱਦਾਂ ਦੇ ਲੈਸਨਸ ਆ ਜਿਹੜੇ ਆਪਾਂ ਨੂੰ ਬੁੱਕ ਰੀਡ ਕਰਕੇ ਪਤਾ ਲੱਗਦੇ ਆ। ਸੋ ਆਪਾਂ ਜਸਟ 10-15 ਮਿੰਟ ਦੀ ਵੀਡੀਓ ਵਿੱਚ ਉਹ ਸਾਰਾ ਕੁਝ ਮੈਂਸ਼ਨ ਨਹੀਂ ਕਰ ਸਕਦੇ। ਸੋ ਤੁਸੀਂ ਵੀ ਇਹ ਬੁੱਕ ਨੂੰ ਬਾਏ ਕਰਕੇ, ਪੰਜਾਬੀ ਦੇ ਵਿੱਚ ਵੀ ਇਹ ਹੈਗਾ ਇਹਦਾ ਅਨੁਵਾਦ, ਅਤੇ ਉਹ ਰੀਡ ਕਰ ਸਕਦੇ ਆ। ਅਤੇ ਬਾਕੀ ਇਹਦੇ ਨਾਲ ਹੋਰ ਵੀ 2-3 ਬੁੱਕ ਸੀਗੀਆਂ ਜੇ ਤੁਸੀਂ ਪੈਸੇ ਬਾਰੇ, ਮਨੀ ਮੈਨੇਜਮੈਂਟ ਬਾਰੇ ਜਾਂ ਫਿਰ ਸੈਲਫ ਇੰਪਰੂਵਮੈਂਟ ਬਾਰੇ ਕੋਈ ਬੁੱਕਸ ਹੋਰ ਪੜ੍ਹਨੀਆਂ। ਅਤੇ ਜਿਹੜੀਆਂ ਵਨ ਆਫ ਮਾਈ ਫੇਵਰੇਟ ਹੋਰ ਜਿਹੜੀ ਬੁੱਕਸ ਆ ਉਹਨਾਂ ਦੇ ਵਿੱਚ ਆਉਂਦੀ ਆ ਜੀ ਥਿੰਕ ਐਂਡ ਗਰੋ ਰਿਚ ਬਾਏ ਨੈਪੋਲੀਅਨ ਹਿੱਲ, ਸੋਚੋ ਅਤੇ ਅਮੀਰ ਬਣੋ। ਅਤੇ ਜਾਂ ਫਿਰ ਪੈਸਿਆਂ ਦੇ ਲਈ ਹੈਗੀ ਆ ਜੀ ਇੱਕ ਦਾ ਸਾਈਕੋਲੋਜੀ ਆਫ ਮਨੀ, ਮੋਰਗਨ ਹੌਸਲ ਦੀ ਬੁੱਕ ਆ। ਸੋ ਇਹ ਜਿਹੜੀ ਬੁੱਕ ਆ ਬਹੁਤ ਜ਼ਿਆਦਾ ਵਧੀਆ, ਕਿਉਂਕਿ ਇੱਕ ਬੁੱਕ ਵਿੱਚ ਇੱਕ ਲੈਸਨ ਆ, ਇੱਕ ਹੋਰ ਜਿਹੜਾ ਕਹਦੀ ਆ ਕਿ ਆਪਾਂ ਇੱਕ ਪਾਰਟ ਆ ਉਹਦੇ 'ਚ ਆਪਾਂ ਨੂੰ ਔਥਰ ਨੇ ਦੱਸਿਆ ਹੋਇਆ ਕਿ ਮੋਰਗਨ ਹੌਸਲ ਨੇ ਕਿ ਆਪਾਂ ਇੱਕ ਆਪਣੇ ਆਪ ਨੂੰ ਸਟੋਪ ਲਾਉਣੀ ਹੁੰਦੀ। ਜੇ ਆਪਾਂ ਕੋਈ ਬਿਜ਼ਨਸ ਵੀ ਕਰਦੇ ਇਨ ਫਿਊਚਰ ਵਿੱਚ ਆਪਣਾ ਕੋਈ ਬਿਜ਼ਨਸ ਗਰੋ ਕਰ ਜਾਂਦਾ, ਆਪਾਂ ਆਪਣੇ ਆਪ ਨੂੰ ਇੱਕ ਰੱਖਣਾ ਕਿ ਇੱਥੇ ਤੱਕ ਆਪਾਂ ਪਹੁੰਚ ਗਏ, ਇੱਕ ਸਟੋਪ ਲਾਉਣੀ ਆ। ਕਿਉਂਕਿ ਉਹ ਕਹਿੰਦੇ ਜਦੋਂ ਆਪਾਂ ਪੈਸੇ ਕਮਾਉਣ ਲੱਗ ਜਾਂਦੇ ਆ ਤਾਂ ਆਪਾਂ ਆਪਣੇ ਆਪ ਨੂੰ ਰੋਕਦੇ ਨਹੀਂ ਵੀ ਆਪਾਂ ਕਿੱਥੇ ਰੁਕਣਾ। ਤਾਂ ਉਸ ਚੱਕਰ ਦੇ ਵਿੱਚ ਆਪਾਂ ਲਾਲਚ ਵਿੱਚ ਆਣ ਕੇ ਆਪਾਂ ਕੋਈ ਗਲਤ ਸਟੈਪ ਵੀ ਲੈ ਸਕਦੇ ਹਾਂ ਜਿਹਦੇ ਨਾਲ ਕਿ ਆਪਾਂ ਨੂੰ ਜਿਹੜੀ ਆਪਾਂ ਸਾਰੀ ਮਨੀ ਆ ਜਾਂ ਲਾਲਚ ਆਣ ਕੇ ਆਪਾਂ ਗਵਾ ਸਕਦੇ ਹਾਂ। ਅਤੇ ਇਸ ਕਰਕੇ ਜਿੱਦਾਂ ਪੰਜਾਬੀ 'ਚ ਕਿਹਾ ਜਾਂਦਾ ਕਿ ਇੱਕ ਭਰਿਆ ਮੇਲਾ ਛੱਡਣਾ ਚੰਗਾ ਹੁੰਦਾ। ਸੋ ਉਹ ਚੀਜ਼ ਮੈਨੂੰ ਆ ਬੁੱਕ ਵਿੱਚ ਬਹੁਤ ਚੰਗੀ ਲੱਗੀ ਜਿਹੜੀ ਇਹਨਾਂ ਦੇ ਵਿੱਚ ਮੈਨੂੰ ਸਿੱਖਣ ਨੂੰ ਮਿਲੀ ਆ। ਅਤੇ ਬਾਕੀ ਹੋਰ ਜਿਹੜੀਆਂ ਸੈਲਫ ਇੰਪਰੂਵਮੈਂਟ ਬਾਰੇ ਬੁੱਕਸ ਆ, 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਬਾਏ ਸਟੀਫਨ ਆਰ ਕੋਵੇ ਦੀ ਬੁੱਕ ਆ। ਅਤੇ ਇਹਨਾਂ ਬਾਰੇ ਵੀ ਜੋ ਲੈਸਨਸ ਇਹਨਾਂ ਵਿੱਚੋਂ ਮੈਨੂੰ ਮਿਲੇ ਆ, ਅਤੇ ਨੈਕਸਟ ਵੀਡੀਓ ਵਿੱਚ ਮੈਂ ਉਹ ਵੀ ਮੈਂਸ਼ਨ ਕਰੂੰਗਾ। ਅਤੇ ਜਿੱਦਾਂ ਅੱਜ ਰਿਚ ਡੈਡ ਪੂਅਰ ਡੈਡ ਬਾਰੇ ਕੀਤੇ। ਅਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਇਨਫੋਰਮੇਟਿਵ ਲੱਗੀ ਹੋਊਗੀ। ਅਤੇ ਹੋਰ ਵੀ ਟਰਾਈ ਕਰੂੰਗਾ ਕਿ ਜੋ ਵੀ ਹੋਰ ਵੀ ਜਿਹੜੀਆਂ ਬੁੱਕਸ ਆ ਉਹ ਸਾਰੀਆਂ ਰੀਡ ਕਰਕੇ ਅਤੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਤੁਹਾਡੇ ਸਾਰੇ ਨਾਲ ਸ਼ੇਅਰ ਕਰਾਂ। ਅਤੇ ਵੀਡੀਓ ਨੂੰ ਪੂਰਾ ਦੇਖਣ ਲਈ ਥੈਂਕ ਯੂ ਤੁਹਾਡਾ, ਅਤੇ ਮਿਲਦੇ ਹਾਂ ਨੈਕਸਟ ਬੁੱਕ ਦੀ ਸਮਰੀ ਦੇ ਨਾਲ। ਥੈਂਕ ਯੂ ਸੋ ਮਚ। ਵਿਸ਼ਾਲ ਸ਼ਰਮਾ ਫਰੋਮ ਬ੍ਰਿਸਬੇਨ।